ਹੈਲੋ ਪਿਆਰੇ ਬੱਚਿਓ, ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਮੇਤ ਤੁਹਾਡੇ ਮਾਤਾ ਪਿਤਾ, ਵੱਡੇ ਛੋਟੇ ਭੈਣ ਭਰਾ, ਸੰਗੀ ਸਾਥੀ, ਬੱਚੀਆਂ ਦੀਆਂ ਸਹੇਲੀਆਂ, ਉਹਨਾਂ ਬੱਚੀਆਂ ਨੂੰ ਜਿਨ੍ਹਾਂ ਬੱਚੀਆਂ ਦਾ ਮੈਨੂੰ ਫ਼ੋਨ ਆਉਂਦਾ, ਮੈਨੂੰ ਮੈਸੇਜ ਕਰਦੇ ਨੇ ਬੱਚੇ, ਅੱਛਾ ਲੱਗਦਾ। ਇਸ ਤੋਂ ਇਲਾਵਾ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀ ਜਿਹੜੇ ਲਗਾਤਾਰ ਮੇਰਾ ਸਾਥ ਦੇ ਰਹੇ ਨੇ, ਮੈਨੂੰ ਫੀਡਬੈਕ ਦੇ ਕੇ, ਮੈਨੂੰ ਸਮਝਾ ਕੇ ਕਿ ਕੰਟੈਂਟ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ, ਕੰਟੈਂਟ ਨੂੰ ਕਿਸ ਤਰ੍ਹਾਂ ਜਿਹੜਾ ਹੈ ਤੁਹਾਡੇ ਤੱਕ ਪਹੁੰਚਾਇਆ ਜਾਵੇ। ਕੰਟੈਂਟ ਮਤਲਬ ਬੱਚਿਓ ਸਿਲੇਬਸ, ਜੋ ਕੰਮ ਰੋਜ਼ ਕਰਵਾਇਆ ਜਾਂਦਾ ਤੁਹਾਨੂੰ ਇਹਨਾਂ ਵੀਡੀਓ ਦੇ ਮਾਧਿਅਮ ਰਾਹੀਂ। ਸੋ ਉਹਨਾਂ ਦੇ ਸੰਪੂਰਨ ਸਹਿਯੋਗ ਦੇ ਨਾਲ ਇਹ ਵੀਡੀਓ ਤੁਹਾਡੇ ਤੱਕ ਪਹੁੰਚਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਸਵਾਗਤ ਹੈ। ਪਿਆਰੇ ਬੱਚਿਓ, ਅਸੀਂ ਪਿਛਲੇ ਕੁਝ ਦਿਨਾਂ ਤੋਂ ਪਾਠ ਨੰਬਰ 12 ਚੁੰਝ ਅਤੇ ਦੰਦ ਪੜ੍ਹ ਰਹੇ ਸੀ। ਉਸ ਪਾਠ ਨੂੰ ਅਸੀਂ 5 ਵੀਡੀਓ ਦੇ ਵਿੱਚ 5-6 ਵੀਡੀਓ ਕਰਕੇ ਕੰਪਲੀਟ ਕੀਤਾ ਸੀ, ਪਾਠ ਨੂੰ ਪੜ੍ਹਿਆ ਸੀ ਔਰ ਅਖੀਰ 'ਤੇ ਅਸੀਂ ਦਿਮਾਗੀ ਕਸਰਤ ਤੱਕ ਆ ਕੇ ਇਸ ਨੂੰ ਫਿਨਿਸ਼ ਕੀਤਾ, ਜਿਹੜਾ ਕਿ ਅਭਿਆਸ ਦਾ ਲਾਸਟ ਸੈਗਮੈਂਟ ਸੀ। ਸੋ ਅੱਜ ਅਸੀਂ ਬੇਟਾ ਨਵੇਂ ਪਾਠ ਦਾ ਆਗਾਜ਼ ਕਰਨ ਜਾ ਰਹੇ ਹਾਂ, ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਪਾਠ ਦਾ ਨਾਮ ਹੈ ਮਨੁੱਖੀ ਆਵਾਜ਼, ਪਾਠ ਨੰਬਰ 13 ਹੈ। ਸੋ ਜਿੱਥੇ ਅਸੀਂ ਪਾਠ ਨੰਬਰ 13 ਨੂੰ ਪੜ੍ਹਾਂਗੇ, ਉੱਥੇ ਇਹ ਵੀ ਸਮਝਾਂਗੇ ਕਿ ਆਵਾਜ਼ ਕੀ ਹੁੰਦੇ ਨੇ, ਅਤੇ ਜਦੋਂ ਮਨੁੱਖੀ ਆਵਾਜ਼ਾਂ ਦੀ ਗੱਲ ਆਉਂਦੀ ਹੈ ਤਾਂ ਮਨੁੱਖੀ ਆਵਾਜ਼ ਕੀ ਹੁੰਦੇ ਨੇ, ਔਰ ਉੱਥੇ ਇਹ ਵੀ ਸਮਝਾਂਗੇ ਕਿ ਵੱਖ-ਵੱਖ ਤਰ੍ਹਾਂ ਦੇ ਆਵਾਜ਼ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਔਰ ਕਿੰਨੇ ਢੁਕਵੇਂ ਅਤੇ ਪਾਏਦਾਰ ਹੁੰਦੇ ਨੇ, ਕਿੰਨੇ ਮਹੱਤਵਪੂਰਨ ਹੁੰਦੇ ਨੇ, ਇਹਨਾਂ ਬਾਰੇ ਗੱਲ ਹੋਏਗੀ। ਸੋ ਪਾਠ ਨੂੰ ਅਸੀਂ ਅੱਜ ਪੜ੍ਹਨਾ ਹੈ, ਸ਼ੁਰੂ ਕਰਨਾ ਹੈ। ਸੋ ਮੇਰੀ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਜਿੱਥੇ ਮੈਂ ਤੁਹਾਡੇ ਸੁੱਖ ਦੀ ਕਾਮਨਾ ਕਰਦਾ ਹਾਂ, ਤੰਦਰੁਸਤੀ ਦੀ ਕਾਮਨਾ ਕਰਦਾ ਹਾਂ, ਉੱਥੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਬੇਟਾ ਆਜ਼ਾਦੀ ਦਾ ਨਿੱਘ ਮਾਣੋ। ਆਜ਼ਾਦੀ ਕਿਸ ਚੀਜ਼ ਦੀ? ਸੁੰਦਰ ਅਤੇ ਚੰਗੀ ਨਰੋਈ ਸਿਹਤ ਦੀ, ਆਜ਼ਾਦ ਖਿਆਲ ਦੀ, ਕੰਮ ਕਰਨ ਦੀ, ਅੱਗੇ ਵਧਣ ਦੀ। ਠੀਕ ਹੈ। ਸੋ ਇਹਨਾਂ ਗੱਲਾਂ ਦੇ ਨਾਲ ਹੀ ਆਓ ਆਗਾਜ਼ ਕਰਦੇ ਹਾਂ ਅੱਜ ਦੇ ਪਾਠ ਦਾ, ਜਿਸ ਦਾ ਨਾਮ ਹੈ ਮਨੁੱਖੀ ਆਵਾਜ਼। ਸੋ ਆਵਾਜ਼ ਨੂੰ ਬੇਟਾ ਅਸੀਂ ਰਹਿਣ ਸਹਿਣ ਵੀ ਕਹਿੰਦੇ ਹਾਂ, ਜਿੱਥੇ ਅਸੀਂ ਰਹਿੰਦੇ ਹਾਂ ਉਸ ਨੂੰ ਆਵਾਜ਼ ਕਹਿੰਦੇ ਹਾਂ। ਅਗਰ ਮੈਂ ਤੁਹਾਨੂੰ ਪੁੱਛਾਂ ਕਿ ਬੇਟਾ ਤੁਹਾਡਾ ਆਵਾਸ ਸਥਾਨ ਕਿਹੜਾ, ਠੀਕ ਹੈ, ਅਤੇ ਮੈਂ ਤੁਹਾਨੂੰ ਪੁੱਛ ਰਿਹਾ ਹੋਵਾਂਗਾ ਕਿ ਤੁਸੀਂ ਕਿੱਥੇ ਰਹਿੰਦੇ ਹੋ। ਸੋ ਆਓ ਸ਼ੁਰੂ ਕਰਦੇ ਹਾਂ ਕਿ ਆਵਾਜ਼ ਕਿਸ ਤਰ੍ਹਾਂ ਸ਼ੁਰੂ ਹੋਏ, ਕਿਵੇਂ ਗੱਲ ਹੋਈ, ਸਾਰਾ ਪਾਠ 'ਚ ਦੱਸਿਆ ਗਿਆ। ਆਓ ਪਾਠ ਨੂੰ ਸ਼ੁਰੂ ਕਰਦੇ ਹਾਂ। ਕਿਤਾਬਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ, ਮੇਰੀ ਦੁਨੀਆ, ਔਰ ਇਸ ਪਾਠ ਦਾ ਪੇਜ ਨੰਬਰ ਜਿਹੜਾ ਹੈ ਉਹ 93 ਹੈ। ਪੇਜ ਨੰਬਰ 93 'ਤੇ ਤੁਸੀਂ ਇਹ ਪਾਠ ਜਿਹੜਾ ਹੈ ਆਪਣਾ ਕੱਢ ਲੈਣਾ ਹੈ ਤਾਂ ਕਿ ਇਸ ਨੂੰ ਸ਼ੁਰੂ ਕੀਤਾ ਜਾਵੇ। ਸੋ ਮੈਂ ਮੰਨ ਕੇ ਚੱਲਦਾ ਹਾਂ ਕਿ ਤੁਸੀਂ ਪਾਠ ਨੂੰ ਕੱਢ ਲਿਆ ਹੋਵੇਗਾ ਔਰ ਪੜ੍ਹਨਾ ਸ਼ੁਰੂ ਕਰਦੇ ਹਾਂ। ਮਨੁੱਖੀ ਆਵਾਜ਼, ਪਾਠ ਨੰਬਰ 13। ਆਓ ਪੜ੍ਹਨਾ ਸ਼ੁਰੂ ਕਰੀਏ। ਧਰਤੀ ਸਾਡਾ ਘਰ। ਸਾਰੀ ਜਿਹੜੀ ਧਰਤੀ ਹੈ ਬੇਟਾ ਸਾਡਾ ਘਰ ਹੈ। ਕਿਵੇਂ? ਆਓ ਪੜ੍ਹੀਏ। ਸਾਡਾ ਅਸਲੀ ਘਰ ਤਾਂ ਸਾਡੀ ਧਰਤੀ ਹੈ। ਧਰਤੀ ਸਿਰਫ ਮਨੁੱਖ ਦਾ ਹੀ ਨਹੀਂ ਬਲਕਿ ਸਾਰੇ ਜੀਵ ਜੰਤੂਆਂ ਅਤੇ ਪੌਦਿਆਂ ਦਾ ਵੀ ਨਿਵਾਸ ਹੈ। ਧਰਤੀ ਉੱਤੇ ਰਹਿਣ ਵਾਲੇ ਪ੍ਰਾਣੀਆਂ ਵਿੱਚੋਂ ਕੇਵਲ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜਿਸ ਨੇ ਆਪਣੀ ਤੇਜ਼ ਬੁੱਧੀ ਕਾਰਨ ਆਪਣੇ ਲਈ ਭਾਂਤ-ਭਾਂਤ ਦੇ ਨਿਵਾਸ ਸਥਾਨ ਇਸ ਧਰਤੀ ਉੱਪਰ ਬਣਾ ਲਏ ਹਨ। ਇਸ ਪਾਠ 'ਚ ਅਸੀਂ ਮਨੁੱਖੀ ਆਵਾਸਾਂ ਬਾਰੇ ਵਿਸਥਾਰ ਨਾਲ ਪੜ੍ਹਾਂਗੇ। ਸੋ ਬੇਟਾ ਜਿਹੜਾ ਗਲੋਬ ਹੈ ਇਹ ਧਰਤੀ ਦਾ ਮਾਡਲ ਹੈ। ਇਹ ਤੁਸੀਂ ਦੇਖ ਰਹੇ ਹੋ, ਇਹ ਜਿਹੜਾ ਗਲੋਬ ਹੁੰਦਾ ਹੈ ਇਹ ਧਰਤੀ ਦਾ ਮਾਡਲ ਹੈ। ਮਾਡਲ ਮੀਨਸ ਕਿ ਧਰਤੀ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ। ਠੀਕ ਹੈ। ਇਸ ਤੋਂ ਕਈ ਤਰ੍ਹਾਂ ਦੇ ਬੇਟਾ ਮਹਾਂਸਾਗਰ ਨੇ। ਨੀਲੇ ਰੰਗ ਦਾ ਜਿਹੜਾ ਸਥਾਨ ਦਿਖਾਈ ਦਿੰਦਾ, ਇਹ ਹਮੇਸ਼ਾ ਯਾਦ ਰੱਖਣਾ ਬੇਟਾ, ਇਹ ਪਾਣੀ ਹੈ, ਮਤਲਬ ਕਿ ਮਹਾਂਸਾਗਰ ਨੇ। ਔਰ ਸਾਡੇ ਜਿਹੜੇ ਮਹਾਂਸਾਗਰ ਨੇ ਇਹ ਜੋ ਨਜ਼ਰ ਆ ਰਿਹਾ ਹੈ ਨੀਲਾ ਨੀਲਾ, ਇਹ ਸਾਰਾ ਮਹਾਂਸਾਗਰਾਂ ਦਾ ਸਥਾਨ ਹੈ। ਵੱਖ ਵੱਖ ਮਹਾਂਸਾਗਰ ਨੇ
ਜਿਹਦੇ ਵਿੱਚੋਂ ਮੁੱਖ ਤੌਰ 'ਤੇ ਹਿੰਦ ਮਹਾਸਾਗਰ ਜਿਹੜਾ ਕਿ ਕਰੀਬ ਜਿਹੜਾ ਹੈ ਉਸ ਦਾ ਨਿਵਾਸ ਸਥਾਨ ਇੱਥੇ ਜੇ ਹੈ, ਮਤਲਬ ਇੰਡੀਆ ਦੇ ਭਾਰਤ ਦੇ ਬਿਲਕੁਲ ਥੱਲੇ। ਉਸ ਤੋਂ ਬਾਅਦ ਅਰਬ ਸਾਗਰ ਹੈ, ਸ਼ਾਂਤ ਮਹਾਸਾਗਰ ਹੈ, ਠੀਕ ਹੈ। ਇਸ ਤਰ੍ਹਾਂ ਵੱਖ-ਵੱਖ ਸਾਗਰ ਜਿਹੜੇ ਨੇ, ਪ੍ਰਸ਼ਾਂਤ ਮਹਾਸਾਗਰ ਹੈ, ਇਹ ਨੀਲੇ ਸਾਰੇ ਜਿਹੜੇ ਹੈ ਇਹਨਾਂ ਵਿੱਚ ਨਜ਼ਰ ਆਉਣਗੇ, ਠੀਕ ਹੈ। ਇਹਦੇ ਬਾਰੇ ਆਪਾਂ ਖਾਸ ਤੌਰ 'ਤੇ ਇੱਕ ਮਾਡਲ ਦੇ ਉੱਪਰ ਵੀਡੀਓ ਕਰਨ ਵਾਲੇ ਹਾਂ। ਮੇਰੀ ਕੋਸ਼ਿਸ਼ ਹੋਏਗੀ, ਮੇਰਾ ਪੂਰਾ ਧਿਆਨ ਹੈ ਤਾਂ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਇਸ ਮਾਡਲ ਨੂੰ ਸਮਝਾ ਸਕਾਂ। ਸੋ ਚਲੋ ਅੱਗੇ ਵੱਧਦੇ ਹਾਂ। ਅਤੇ ਧਰਤੀ ਜਿਹੜੀ ਹੈ ਉਹ ਆਪਣੀ ਧੁਰੇ ਦੁਆਲੇ ਘੁੰਮਦੀ ਹੈ, ਵੀ ਯਾਦ ਰੱਖਣਾ। ਜਦੋਂ ਅਸੀਂ ਬੱਸ ਸਫ਼ਰ ਕਰ ਰਹੀ ਹੋਈਏ ਤਾਂ ਸਾਨੂੰ ਬਾਹਰ ਰੁੱਖ ਚੱਲਦੇ ਨਜ਼ਰ ਆਉਂਦੇ ਨੇ, ਇਸੇ ਕਰਕੇ ਕਿਉਂਕਿ ਸਾਡੀ ਬੱਸ ਚੱਲ ਰਹੀ ਹੁੰਦੀ ਹੈ, ਨਾ ਕਿ ਰੁੱਖ ਚੱਲ ਰਹੇ ਹੁੰਦੇ ਆ। ਇਸ ਤਰ੍ਹਾਂ ਅਸੀਂ ਧਰਤੀ 'ਤੇ ਹਾਂ ਤਾਂ ਸੂਰਜ ਸਾਨੂੰ ਅੱਗੇ ਪਿੱਛੇ ਹੁੰਦਾ ਦਿਖਾਈ ਦਿੰਦਾ। ਸਵੇਰ ਵੇਲੇ ਕਿਤੇ ਹੋਰ ਹੁੰਦਾ, ਦੁਪਹਿਰ ਵੇਲੇ ਕਿਤੇ ਹੋਰ, ਅਤੇ ਸ਼ਾਮ ਵੇਲੇ ਕਿਤੇ ਹੋਰ ਦਿਖਾਈ ਦਿੰਦਾ ਹੈ। ਪਰ ਸੂਰਜ ਉੱਥੇ ਦਾ ਉੱਥੇ ਖੜ੍ਹਾ ਹੈ। ਵਾਸਤਵ 'ਚ ਕੀ ਹੈ, ਸਾਡੀ ਧਰਤੀ ਜਿਹੜੀ ਹੈ ਅੱਗੇ ਪਿੱਛੇ ਹੋ ਰਹੀ ਹੈ, ਘੁੰਮ ਰਹੀ ਹੈ। ਸੋ ਦੋ ਗਤੀਆਂ ਅਸੀਂ ਜਾਣਦੇ ਹਾਂ ਧਰਤੀ ਦੀਆਂ, ਵਾਰਸ਼ਿਕ ਗਤੀ ਅਤੇ ਦੈਨਿਕ ਗਤੀ। ਦਿਨ ਰਾਤ ਜਿਹੜੇ ਆ ਦੈਨਿਕ ਗਤੀ ਨਾਲ ਬਣਦੇ ਨੇ, ਵਾਰਸ਼ਿਕ ਗਤੀ ਨਾਲ ਸਾਲ ਅਤੇ ਮਹੀਨੇ ਜਿਹੜੇ ਬਣਦੇ ਆ। ਸੋ ਆਓ ਅੱਗੇ ਆਪਾਂ ਚੱਲਦੇ ਹਾਂ ਔਰ ਪੜ੍ਹਦੇ ਹਾਂ ਕਿ ਸੂਰਜ ਪਰਿਵਾਰ ਦੇ ਵਿੱਚ ਜਿਹੜੇ ਗ੍ਰਹਿ ਹੁੰਦੇ ਨੇ, ਇਹ ਵੀ ਆਪਾਂ ਜਾਣਦੇ ਹਾਂ 9 ਗ੍ਰਹਿ ਨੇ ਸੂਰਜ ਪਰਿਵਾਰ ਦੇ। ਆਓ 10ਵਾਂ ਸੂਰਜ ਹੈ। ਆਦਿ ਮਨੁੱਖ ਦਾ ਜਿਹੜਾ ਨਿਵਾਸ ਹੈ ਉਹ ਕਿਸ ਤਰ੍ਹਾਂ ਦਾ ਸੀ, ਉਹਦੇ ਬਾਰੇ ਪੜ੍ਹਾਂਗੇ। ਆਦਿ ਮਾਨਵ ਦਾ ਅਰਥ ਹੈ ਲੱਖਾਂ ਸਾਲ ਪਹਿਲਾਂ ਦਾ ਮਨੁੱਖ, ਠੀਕ ਹੈ, ਜੋ ਕਿ ਜਾਨਵਰਾਂ ਵਾਂਗ ਜੰਗਲਾਂ ਵਿੱਚ ਰਹਿੰਦਾ ਸੀ। ਉਹ ਦਰੱਖਤਾਂ ਦੇ ਪੱਤੇ ਅਤੇ ਫਲ ਖਾ ਕੇ ਜਾਂ ਸ਼ਿਕਾਰ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਮੌਸਮ ਅਨੁਸਾਰ ਸਰਦੀਆਂ ਵਿੱਚ ਉਹ ਗੁਫਾ ਵਿੱਚ ਰਹਿੰਦਾ ਸੀ, ਜਦੋਂ ਕਿ ਗਰਮੀਆਂ ਵਿੱਚ ਉਹ ਦਰੱਖਤਾਂ ਥੱਲੇ ਸੌਂ ਕੇ ਗੁਜ਼ਾਰਾ ਕਰ ਲੈਂਦਾ ਸੀ। ਪਰ ਜਿਵੇਂ ਜਿਵੇਂ ਉਸ ਦੀ ਸਮਝ ਵਿਕਸਿਤ ਹੋਣ ਲੱਗੀ, ਉਸ ਨੂੰ ਆਵਾਸ ਦੀ ਲੋੜ ਮਹਿਸੂਸ ਹੋਈ। ਸੋ ਕੁਝ ਤਸਵੀਰਾਂ ਨੇ ਆਵਾਸ ਦੀਆਂ। ਅੱਗੇ ਅਸੀਂ ਪੇਜ ਨੰਬਰ 94 'ਤੇ ਚੱਲਦੇ ਹਾਂ। ਉਸਨੇ ਲੱਕੜਾਂ ਅਤੇ ਘਾਹ ਫੂਸ ਦੀ ਮਦਦ ਨਾਲ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਘਰ ਉਸ ਨੂੰ ਮੀਂਹ, ਹਨੇਰੀ, ਗਰਮੀ ਅਤੇ ਠੰਡ ਤੋਂ ਬਚਾਉਂਦੇ ਸਨ। ਇਹ ਜੰਗਲੀ ਜਾਨਵਰਾਂ ਤੋਂ ਵੀ ਉਸ ਦਾ ਬਚਾਅ ਕਰਦੇ ਸਨ। ਪਿੰਡ ਅਤੇ ਸ਼ਹਿਰ ਕਿਵੇਂ ਹੋਂਦ ਵਿੱਚ ਆਏ, ਹੁਣ ਇਸ ਬਾਰੇ ਪੜ੍ਹਦੇ ਹਾਂ। ਮਨੁੱਖ ਨੇ ਆਪਣੀ ਸਮਝ ਨਾਲ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਕੀਤਾ। ਉਸਨੇ ਸਮੂਹਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਇਹਨਾਂ ਸਮੂਹਾਂ ਨੂੰ ਕਬੀਲਾ ਕਿਹਾ ਜਾਂਦਾ ਸੀ। ਇਹ ਕਬੀਲਾ ਬੇਟਾ ਸਮੂਹਾਂ ਨੂੰ ਕਿਹਾ ਜਾਂਦਾ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਰਹਿੰਦੇ ਹੋਣ, ਉਹਨਾਂ ਨੂੰ ਕਬੀਲਾ ਕਹਿੰਦੇ ਨੇ। ਸਾਡੇ ਜਿਹੜੇ ਪਿੰਡ ਨੇ ਇਹ ਵੀ ਇੱਕ ਕਬੀਲੇ ਦਾ ਰੂਪ ਨੇ। ਪੁਰਾਣੇ ਸਮੇਂ ਦੇ ਅਗਰ ਪੁਰਾਣੇ ਸਮੇਂ ਨੂੰ ਸਾਹਮਣੇ ਰੱਖ ਕੇ ਸੋਚੀਏ ਤਾਂ ਅੱਜ ਵੀ ਜਿਹੜੇ ਅਸੀਂ ਇਕੱਠੇ ਇੱਕ ਪਿੰਡ ਵਿੱਚ ਰਹਿ ਰਹੇ ਹਾਂ, ਅਸੀਂ ਇੱਕ ਕਬੀਲੇ ਦੇ ਰੂਪ 'ਚ ਹੀ ਰਹਿ ਰਹੇ ਹਾਂ। ਇਹ ਕਬੀਲੇ ਹੌਲੀ ਹੌਲੀ ਵੱਡੇ ਹੁੰਦੇ ਗਏ ਅਤੇ ਪਿੰਡਾਂ ਦਾ ਰੂਪ ਲੈਣ ਲੱਗ ਪਏ, ਠੀਕ ਹੈ। ਉਹੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ। ਜਿਵੇਂ ਜਿਵੇਂ ਮਨੁੱਖ ਦੀ ਸੂਝ ਬੂਝ ਵਿਕਸਿਤ ਹੁੰਦੀ ਗਈ, ਉਸ ਦੀਆਂ ਜ਼ਰੂਰਤਾਂ ਵਿੱਚ ਵਾਧਾ ਹੋਇਆ। ਇਸ ਨਾਲ ਵਪਾਰ ਹੋਂਦ ਵਿੱਚ ਆਇਆ। ਵਪਾਰ ਦੇ ਵਧਣ ਨਾਲ ਵਪਾਰਕ ਕੇਂਦਰ ਹੋਂਦ ਵਿੱਚ ਆਏ। ਹੌਲੀ ਹੌਲੀ ਇਹਨਾਂ ਵਪਾਰਕ ਕੇਂਦਰਾਂ ਨੇੜੇ ਲੋਕ ਵਸਣ ਲੱਗੇ। ਇਸ ਤਰ੍ਹਾਂ ਸ਼ਹਿਰਾਂ ਦਾ ਜਨਮ ਹੋਇਆ। ਹੁਣ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਕਿਵੇਂ ਹੋਇਆ, ਇਹਦੇ ਬਾਰੇ ਗੱਲ ਕਰਾਂਗੇ। ਹਰ ਪਿੰਡ ਅਤੇ ਸ਼ਹਿਰ ਦੀਆਂ ਲੋੜਾਂ ਅਤੇ ਸਾਧਨ ਵੱਖਰੇ ਵੱਖਰੇ ਹਨ। ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ, ਜਦੋਂ ਕਿ ਸ਼ਹਿਰੀ ਖੇਤਰਾਂ ਦੇ ਲੋਕ ਵਧੇਰੇ ਕਰਕੇ ਨੌਕਰੀ ਜਾਂ ਵਪਾਰ ਕਰਦੇ ਹਨ। ਇਸ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦਾ ਰਹਿਣ ਸਹਿਣ ਵੱਖਰਾ ਹੈ। ਉਹਨਾਂ ਦੇ ਘਰਾਂ ਦੀ ਬਣਤਰ ਵੀ ਵੱਖਰੀ ਵੱਖਰੀ ਹੈ। ਘਰਾਂ ਦੀ ਬਣਤਰ ਬਾਰੇ ਗੱਲ ਕਰਾਂਗੇ। ਵੱਖ ਵੱਖ ਥਾਵਾਂ 'ਤੇ ਲੋਕ ਆਪਣੀ ਜ਼ਰੂਰਤ, ਸਾਧਨ, ਮੌਸਮ ਅਤੇ ਜਲਵਾਯੂ ਅਨੁਸਾਰ ਘਰ ਬਣਾਉਂਦੇ ਹਨ। ਇਸ ਲਈ ਸਾਡੇ ਘਰ ਇੱਕੋ ਜਿਹੇ ਨਹੀਂ ਹੁੰਦੇ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤੇ ਘਰ ਪੱਕੇ ਹੁੰਦੇ ਹਨ, ਪਰ ਕਿਤੇ ਕਿਤੇ ਅਜੇ ਵੀ ਕੱਚੇ ਘਰ ਦੇਖਣ ਨੂੰ ਮਿਲਦੇ ਹਨ। ਕੱਚੇ ਘਰ ਕੱਚੀਆਂ ਇੱਟਾਂ, ਗਾਰੇ, ਮਿੱਟੀ ਅਤੇ ਘਾਹ ਫੂਸ ਨਾਲ ਬਣਾਏ ਜਾਂਦੇ ਹਨ।
ਇਹਨਾਂ ਘਰਾਂ ਨੂੰ ਪਰਿਵਾਰ ਦੇ ਮੈਂਬਰ ਰਲ ਮਿਲ ਕੇ ਆਪ ਹੀ ਬਣਾ ਲੈਂਦੇ ਹਨ। ਇਹਨਾਂ ਨੂੰ ਬਣਾਉਣ ਵੇਲੇ ਖਰਚਾ ਵੀ ਘੱਟ ਹੁੰਦਾ ਹੈ। ਇਹ ਆਮ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਬਾਹਰ ਬਣਾਏ ਜਾਂਦੇ ਹਨ। ਪੱਕੇ ਘਰ ਬਣਾਉਣ ਵੇਲੇ ਪਹਿਲਾਂ ਯੋਜਨਾ ਬਣਾਈ ਜਾਂਦੀ ਹੈ। ਘਰ ਦਾ ਨਕਸ਼ਾ ਬਣਾਇਆ ਜਾਂਦਾ ਹੈ। ਨਕਸ਼ਾ ਬਣਾਉਣ ਵਾਲੇ ਨੂੰ ਨਕਸ਼ਾ ਨਵੀਸ ਕਹਿੰਦੇ ਹਨ। ਨਕਸ਼ੇ ਤੋਂ ਪਤਾ ਲੱਗਦਾ ਹੈ ਕਿ ਘਰ ਵਿੱਚ ਰਸੋਈ, ਕਮਰੇ, ਗੁਸਲਖਾਨਾ, ਵਰਾਂਡਾ ਅਤੇ ਪੌੜੀਆਂ ਕਿੱਥੇ ਬਣਾਈਆਂ ਜਾਣਗੀਆਂ। ਘਰ ਬਣਾਉਣ ਸਮੇਂ ਇਹ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਘਰ ਖੁੱਲ੍ਹਾ ਅਤੇ ਹਵਾਦਾਰ ਹੋਵੇ। ਪੱਕਾ ਘਰ ਬਣਾਉਣ ਲਈ ਇੱਟਾਂ, ਸੀਮਟ, ਰੇਤਾ, ਬਜਰੀ ਅਤੇ ਸਰੀਏ ਦੀ ਲੋੜ ਹੁੰਦੀ ਹੈ। ਪਿੰਡਾਂ ਦੇ ਬਹੁਤੇ ਲੋਕ ਖੇਤੀਬਾੜੀ ਕਰਦੇ ਹਨ। ਇਸ ਲਈ ਪਿੰਡਾਂ ਵਿੱਚ ਘਰ ਬਣਾਉਂਦੇ ਸਮੇਂ ਖੇਤੀਬਾੜੀ ਦੇ ਸੰਦ ਰੱਖਣ ਲਈ ਵਿਸ਼ੇਸ਼ ਥਾਂ ਬਣਾਈ ਜਾਂਦੀ ਹੈ। ਸਿੱਖਿਆ ਦੇ ਪਸਾਰ ਕਾਰਨ ਬਹੁਤੇ ਸ਼ਹਿਰੀ ਘਰਾਂ ਵਿੱਚ ਬੱਚਿਆਂ ਦੇ ਪੜ੍ਹਨ ਲਈ ਵੱਖਰਾ ਕਮਰਾ ਵੀ ਬਣਾਇਆ ਜਾਂਦਾ ਹੈ। ਕੁਦਰਤੀ ਵਾਤਾਵਰਣ ਨਾਲ ਸਮਤੋਲ ਬਣਾਈ ਰੱਖਣ ਲਈ ਘਰ ਦੇ ਵਿਹੜੇ ਵਿੱਚ ਘਾਹ ਵਾਲਾ ਬਗੀਚਾ ਬਣਾਇਆ ਜਾਂਦਾ ਹੈ ਅਤੇ ਪੌਦੇ ਵੀ ਲਗਾਏ ਜਾਂਦੇ ਹਨ। ਤੁਸੀਂ ਆਮ ਪੱਕੇ ਘਰ ਦੇਖ ਲਓ, ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਣੇ ਹੁੰਦੇ ਆ ਨਾ। ਸੋ ਚਲੋ ਪੇਜ ਨੰਬਰ ਹੁਣ 96 'ਤੇ ਚੱਲਦੇ ਹਾਂ। ਬਹੁ ਮੰਜ਼ਲੀ ਘਰ। ਵੱਡੇ ਸ਼ਹਿਰਾਂ ਵਿੱਚ ਜਗ੍ਹਾ ਦੀ ਕਮੀ ਕਾਰਨ ਬਹੁ ਮੰਜ਼ਲੇ ਘਰ ਬਣਾਏ ਜਾਂਦੇ ਹਨ। ਇਹਨਾਂ ਨੂੰ ਫਲੈਟ ਕਿਹਾ ਜਾਂਦਾ ਹੈ ਜਾਂ ਫਲੈਟ ਕਹਿੰਦੇ ਹਨ। ਇਹਨਾਂ ਘਰਾਂ ਵਿੱਚ ਖਿੜਕੀਆਂ, ਦਰਵਾਜ਼ੇ, ਰੋਸ਼ਨਦਾਨ ਆਦਿ ਦੀ ਦਿਸ਼ਾ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਘਰ ਵਿੱਚ ਧੁੱਪ, ਹਵਾ ਅਤੇ ਰੋਸ਼ਨੀ ਦਾ ਉਚਿਤ ਪ੍ਰਵੇਸ਼ ਹੋ ਸਕੇ। ਇਹਨਾਂ ਘਰਾਂ ਦੀਆਂ ਸਾਂਝੀਆਂ ਲੋੜਾਂ ਲਈ ਸਕੂਲ, ਪਾਰਕ, ਖੇਡ ਦਾ ਮੈਦਾਨ, ਡਿਸਪੈਂਸਰੀ, ਦੁਕਾਨਾਂ ਆਦਿ ਵੀ ਬਣਾਈਆਂ ਜਾਂਦੀਆਂ ਹਨ। ਇੱਕ ਛੋਟੀ ਜਿਹੀ ਕਿਰਿਆ, ਤੁਸੀਂ ਤੀਲੇ ਲੈਣੇ ਨੇ ਵੱਖ-ਵੱਖ। ਤੁਸੀਂ ਝਾੜੂ ਦੇ ਤੀਲੇ ਵੀ ਲੈ ਸਕਦੇ ਹੋ, ਕੁਲਫੀ ਦੇ ਤੀਲੇ ਵੀ ਲੈ ਸਕਦੇ ਹੋ, ਕਿਉਂਕਿ ਹੁਣ ਸਰਦੀ ਹੈ। ਕੁਲਫੀ ਦੇ ਤੀਲੇ ਲੱਭ ਨਹੀਂ ਸਕਦੇ, ਬਾਜ਼ਾਰ ਤੋਂ ਸਪੈਸ਼ਲ ਤੁਹਾਨੂੰ ਮੰਗਵਾਉਣੇ ਪੈਣਗੇ। ਬੇਸ਼ੱਕ ਤੁਸੀਂ ਆਪਣੇ ਪਿਤਾ ਜੀ ਕੋਲੋਂ, ਮਾਤਾ ਜੀ ਕੋਲੋਂ ਮੰਗਵਾ ਸਕਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਲੱਕੜੀ ਦੇ ਛੋਟੇ ਤੀਲੇ ਇਕੱਠੇ ਕਰਕੇ ਤੁਸੀਂ ਸੁੰਦਰ ਘਰ ਜਿਹੜੇ ਆ ਉਹ ਇੱਕ ਬਣਾਉਣਾ, ਠੀਕ ਹੈ। ਔਰ ਉਸਨੂੰ ਚਿਪਕਾਉਣਾ ਗੂੰਦ ਦੇ ਨਾਲ, ਗੂੰਦ ਨਾਲ ਤੀਲੇ ਚਿਪਕਾਉਣੇ ਹੈ ਔਰ ਸੁੰਦਰ ਘਰ ਬਣਾ ਕੇ ਤੁਸੀਂ ਮੈਨੂੰ ਡਿਸਪਲੇ ਕਰਕੇ ਦੇ ਸਕਦੇ ਹੋ, ਮੈਨੂੰ ਦਿਖਾ ਸਕਦੇ ਹੋ। ਸੋ ਅੱਗੇ ਪੜ੍ਹਦੇ ਹਾਂ। ਝੁੱਗੀ ਝੌਂਪੜੀ ਅਤੇ ਬਸਤੀਆਂ। ਕੁਝ ਲੋਕ ਸ਼ਹਿਰਾਂ ਤੋਂ ਬਾਹਰ ਪਈ ਖਾਲੀ ਜਗ੍ਹਾ ਉੱਤੇ ਛੋਟੇ ਘਰ ਬਣਾ ਲੈਂਦੇ ਹਨ। ਇਹ ਜਗ੍ਹਾ ਉਹਨਾਂ ਦੀ ਆਪਣੀ ਖਰੀਦੀ ਹੋਈ ਨਹੀਂ ਹੁੰਦੀ। ਇਹਨਾਂ ਘਰਾਂ ਵਿੱਚ ਸਾਫ਼ ਪਾਣੀ ਅਤੇ ਜੀਵਨ ਦੀਆਂ ਹੋਰ ਮੁੱਢਲੀਆਂ ਲੋੜਾਂ ਦੀ ਪੂਰਤੀ ਵੀ ਨਹੀਂ ਹੁੰਦੀ। ਇਹਨਾਂ ਲੋਕਾਂ ਦਾ ਜੀਵਨ ਵੀ ਕੋਈ ਸਿਹਤਮੰਦ ਜੀਵਨ ਨਹੀਂ ਹੁੰਦਾ। ਇਹਨਾਂ ਘਰਾਂ ਨੂੰ ਝੁੱਗੀ ਝੌਂਪੜੀ, ਬਸਤੀ ਜਾਂ ਸਲਮ ਏਰੀਆ ਕਹਿੰਦੇ ਹਨ। ਇਹ ਲੋਕ ਜ਼ਿਆਦਾਤਰ ਛੋਟੇ-ਮੋਟੇ ਕੰਮ ਕਰਦੇ ਹਨ ਅਤੇ ਪੱਕਾ ਰੁਜ਼ਗਾਰ ਨਾ ਹੋਣ ਕਾਰਨ ਗਰੀਬੀ ਦਾ ਸ਼ਿਕਾਰ ਹੁੰਦੇ ਹਨ। ਇਹ ਆਪਣੇ ਬੱਚਿਆਂ ਨੂੰ ਸਿੱਖਿਆ ਵੀ ਨਹੀਂ ਦੇ ਸਕਦੇ। ਇਹਨਾਂ ਬਸਤੀਆਂ ਦੀ ਕੋਈ ਵੀ ਯੋਜਨਾਬੰਦੀ ਨਾ ਹੋਣ ਕਾਰਨ ਇੱਥੇ ਰਹਿਣ ਵਾਲੇ ਲੋਕ ਬਹੁਤੀਆਂ ਸਹੂਲਤਾਂ ਤੋਂ ਵਾਂਝੇ ਹੀ ਰਹਿੰਦੇ ਹਨ। ਸਰਕਾਰ ਨੂੰ ਇੱਥੇ ਬਿਜਲੀ, ਪਾਣੀ, ਗਲੀਆਂ, ਨਾਲੀਆਂ ਆਦਿ ਦਾ ਪ੍ਰਬੰਧ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਅੱਗੇ ਹੈ ਪਿੰਡ ਸ਼ਹਿਰ ਦੇ ਮਹੱਤਵਪੂਰਨ ਸਥਾਨ। ਹੁਣ ਪਿੰਡਾਂ ਅਤੇ ਸ਼ਹਿਰਾਂ ਦੇ ਜਿਹੜੇ ਮਹੱਤਵਪੂਰਨ ਸਥਾਨ ਨੇ ਉਹ ਕਿਹੜੇ ਨੇ ਉਹਨਾਂ ਬਾਰੇ ਗੱਲ ਕਰਾਂਗੇ। ਸਾਰੇ ਘਰਾਂ ਆਵਾਸਾਂ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ, ਕਿੰਨੀ ਤਰ੍ਹਾਂ ਦੇ ਨੇ। ਹੁਣ ਅਸੀਂ ਮਹੱਤਵਪੂਰਨ ਸਥਾਨ ਜਿਹੜੇ ਨੇ ਪਿੰਡਾਂ ਦੇ ਉਹਨਾਂ ਬਾਰੇ ਗੱਲ ਕਰਾਂਗੇ ਜਾਂ ਸ਼ਹਿਰਾਂ ਦੇ। ਲਗਭਗ ਸਾਰੇ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਈ ਮਹੱਤਵਪੂਰਨ ਸਥਾਨ ਹੁੰਦੇ ਹਨ। ਇਹ ਲੋਕਾਂ ਦੇ ਸਾਂਝੇ ਕੰਮਾਂ ਅਤੇ ਭਲਾਈ ਲਈ ਕੰਮ ਕਰਦੇ ਹਨ। ਇਹ ਸਥਾਨ ਹੇਠ ਲਿਖੇ ਅਨੁਸਾਰ ਹਨ। ਅਸੀਂ ਪੇਜ ਨੰਬਰ 97 'ਤੇ ਚੱਲਦੇ ਹਾਂ ਬੇਟਾ।
ਸਕੂਲ ਸਭ ਤੋਂ ਪਹਿਲਾਂ ਸਕੂਲ ਹੁੰਦਾ ਹਰ ਪਿੰਡ ਹਰ ਸ਼ਹਿਰ ਤੇ ਪਿੰਡ 'ਚ ਸਕੂਲ ਜ਼ਰੂਰੀ ਹੈ, ਹੁੰਦਾ ਵੀ ਹੈ। ਸਕੂਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਦਾ ਹੈ, ਇਹ ਉਹਨਾਂ ਨੂੰ ਚੰਗੇ ਨਾਗਰਿਕ ਬਣਨ ਵਿੱਚ ਮਦਦ ਕਰਦਾ ਹੈ। ਦੂਸਰਾ ਹੁੰਦਾ ਹੈ ਮੁੱਢਲੇ ਸਿਹਤ ਕੇਂਦਰ ਜਾਂ ਡਿਸਪੈਂਸਰੀਆਂ, ਲੋਕਾਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਦੇ ਹਨ। ਤੀਸਰਾ ਡਾਕਖਾਨਾ, ਚਿੱਠੀਆਂ ਰਾਹੀਂ ਸਾਡੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਸੰਬੰਧ ਬਣਾ ਕੇ ਰੱਖਣ ਵਿੱਚ ਸਾਡੀ ਸਹਾਇਤਾ ਕਰਦਾ ਹੈ। ਡਾਕੀਆ ਚਿੱਠੀਆਂ, ਪਾਰਸਲ ਅਤੇ ਮਨੀ ਆਰਡਰ ਵੰਡਦਾ ਹੈ। ਇਹ ਪਿੰਡ ਦੇ ਲੋਕਾਂ ਦੀ ਡਾਕ ਮੁੱਖ ਡਾਕ ਘਰ ਤੱਕ ਪਹੁੰਚਾਉਂਦਾ ਹੈ। 4 ਪੰਚਾਇਤ ਘਰ, ਪੰਚਾਇਤ ਘਰ ਵਿੱਚ ਪੰਚਾਇਤ ਮੀਟਿੰਗਾਂ ਹੁੰਦੀਆਂ ਹਨ। ਪੰਚਾਇਤਾਂ ਪਿੰਡ ਦੇ ਵਿਕਾਸ ਅਤੇ ਲੋਕ ਭਲਾਈ ਲਈ ਕੰਮ ਕਰਦੀਆਂ ਹਨ। ਖੇਡ ਸਟੇਡੀਅਮ, ਖੇਡ ਸਟੇਡੀਅਮ ਵਿੱਚ ਖੇਡਾਂ ਕਰਾਈਆਂ ਜਾਂਦੀਆਂ ਹਨ। ਇਹ ਨੌਜਵਾਨਾਂ ਦੀ ਸਰੀਰਕ ਤੰਦਰੁਸਤੀ ਲਈ ਅਹਿਮ ਰੋਲ ਅਦਾ ਕਰਦੇ ਹਨ। ਹਰ ਪਿੰਡ ਵਿੱਚ ਇੱਕ ਸੱਥ ਹੁੰਦੀ ਹੈ ਜਿੱਥੇ ਬਜ਼ੁਰਗ ਬੈਠ ਕੇ ਆਪਣਾ ਵਿਹਲਾ ਸਮਾਂ ਬਤੀਤ ਕਰਦੇ ਹਨ। ਸ਼ਹਿਰਾਂ ਵਿੱਚ ਕਲੱਬ ਅਤੇ ਸੀਨੀਅਰ ਸਿਟੀਜ਼ਨ ਹੋਮ ਬਣਾਏ ਜਾਂਦੇ ਹਨ। ਪਿੰਡਾਂ ਦੇ ਸਾਂਝੇ ਕੰਮਾਂ ਲਈ ਧਰਮਸ਼ਾਲਾ ਹੁੰਦੀ ਹੈ। ਸ਼ਹਿਰਾਂ ਵਿੱਚ ਕਮਿਊਨਿਟੀ ਹਾਲ ਹੁੰਦੇ ਹਨ। ਇਹਨਾਂ ਤੋਂ ਇਲਾਵਾ ਪਿੰਡ ਸ਼ਹਿਰ ਵਿੱਚ ਧਾਰਮਿਕ ਸਥਾਨ ਜਿਵੇਂ ਗੁਰਦੁਆਰਾ, ਮੰਦਰ, ਚਰਚ ਅਤੇ ਮਸਜਿਦ ਆਦਿ ਹੁੰਦੇ ਹਨ। ਹੁਣ ਤੁਸੀਂ ਜਦੋਂ ਘਰ ਤੋਂ ਸਕੂਲ ਜਾਂਦੇ ਹੋ ਜਾਂ ਸਕੂਲ ਤੋਂ ਘਰ ਜਾਂਦੇ ਹੋ ਅਤੇ ਰਸਤੇ ਜਿੰਨੇ ਵੀ ਆਉਣ ਵਾਲੀਆਂ ਮਹੱਤਵਪੂਰਨ ਜਿਹੜੀਆਂ ਥਾਵਾਂ ਨੇ ਨੋਟ ਕਰਿਓ, ਠੀਕ ਹੈ। ਇਹ ਆਪਾਂ ਕਲਾਸ ਦੂਸਰੀ ਤੋਂ ਕਰਦੇ ਆਏ ਹਾਂ। ਹੁਣ ਫਿਰ ਇੱਕ ਵਾਰੀ ਕਰਿਓ ਕਿ ਕਿਹੜੇ ਕਿਹੜੇ ਜ਼ਰੂਰੀ ਸਥਾਨ ਜਿਹੜੇ ਰਸਤੇ ਤੁਹਾਨੂੰ ਮਿਲਦੇ ਆ। ਮੰਦਰ ਮਿਲਦਾ, ਗੁਰਦੁਆਰਾ, ਡਿਸਪੈਂਸਰੀ, ਡਾਕਘਰ, ਕੋਈ ਵੀ ਦੁਕਾਨ, ਜੋ ਵੀ ਮਿਲੇ ਉਸ ਨੂੰ ਨੋਟ ਕਰਨਾ ਹੈ। ਕੁਝ ਵਿਸ਼ੇਸ਼ ਕਿਸਮ ਦੇ ਆਵਾਸ ਸਥਾਨ। ਹੁਣ ਬੇਟਾ ਕੁਝ ਵਿਸ਼ੇਸ਼ ਕਿਸਮ ਦੇ ਜਿਹੜੇ ਹੈ ਉਹ ਆਵਾਸ ਸਥਾਨ ਹੁੰਦੇ ਨੇ, ਉਹਨਾਂ ਬਾਰੇ ਅਸੀਂ ਗੱਲ ਜਿਹੜੀ ਹੈ ਉਹ ਕਰਾਂਗੇ। ਆਵਾਸ ਸਥਾਨ ਕਿਹੜੇ ਹੁੰਦੇ ਨੇ ਜਿਹੜੇ ਕੁਝ ਖਾਸ ਹੁੰਦੇ ਨੇ, ਵਿਸ਼ੇਸ਼ ਕਿਸਮ ਦੇ ਹੁੰਦੇ ਨੇ, ਇਹਨਾਂ ਬਾਰੇ ਅਸੀਂ ਗੱਲ ਜਿਹੜੀ ਹੈ ਉਹ ਅਗਲੀ ਵੀਡੀਓ 'ਚ ਕਰਾਂਗੇ, ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਏਗੀ ਅਗਰ ਅਸੀਂ ਸਾਰੀ ਗੱਲ ਕਰਾਂਗੇ। ਸੋ ਇੱਥੋਂ ਤੱਕ ਹੀ ਪਾਠ ਹੁਣ ਜਿੱਥੇ ਤੱਕ ਮੈਂ ਪੜ੍ਹਿਆ ਇੱਥੇ ਤੱਕ ਪੜ੍ਹਨ ਉਪਰੰਤ ਬਾਕੀ ਸਾਰਿਆਂ ਦਾ ਪਾਠ ਵੀ ਤੁਸੀਂ ਪੜ੍ਹਨਾ ਹੈ। ਇਹ ਤੁਹਾਡਾ ਘਰ ਦਾ ਕੰਮ ਹੈ ਬੱਚਿਓ। ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਜਿਹੜਾ 2-3 ਵਾਰੀ ਪੜ੍ਹਨਾ ਹੈ। ਜਦੋਂ ਨੈਕਸਟ ਟਾਈਮ ਅਸੀਂ ਪੜ੍ਹਾਂਗੇ ਅਤੇ ਫਿਰ ਉਸ ਤੋਂ ਬਾਅਦ ਅਭਿਆਸ ਕਰਾਂਗੇ ਤਾਂ ਹੋਰ ਵੀ ਪਕੇਰਾ ਹੋ ਜਾਏਗਾ। ਸੋ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਅਜੇ ਤੱਕ ਵੀਡੀਓ ਨਹੀਂ ਸੈਂਡ ਹੋਈ, ਕਿਰਪਾ ਕਰਕੇ ਇਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਬੱਚੇ ਤੱਕ ਇਸ ਦੀ ਪਹੁੰਚ ਹੋਵੇ। ਇਸ ਤੋਂ ਇਲਾਵਾ ਬੱਚਿਓ ਤੁਸੀਂ ਘਰਾਂ 'ਚ ਰਹਿਣਾ ਹੈ, ਸੇਫ ਸੁਰੱਖਿਅਤ ਰਹਿਣ ਲਈ ਇਸ ਪੈਂਡਮਿਕ ਜਿਹੜੀ ਸਿਚੁਏਸ਼ਨ ਹੈ ਕਰੋਨਾ ਵਾਇਰਸ ਦੀ, ਉਹਦੇ ਚੱਲਦੇ ਹੱਥਾਂ ਨੂੰ ਬਾਰ-ਬਾਰ ਧੋਣਾ ਹੈ, ਮਾਸਕ ਦੀ ਵਰਤੋਂ ਕਰਨੀ ਹੈ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣੀ ਹੈ। ਸੋ ਪਾਠ ਨੂੰ 2-3 ਵਾਰੀ ਪੜ੍ਹੋ ਬੱਚੇ। ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।